साहिब जी सतनाम धन वाहिगुरु साहिब जी। जो हमरी बिद होती मेरे सतगुरा सा बिद तुम हर जानो आपे। हम रुलते फिरते कोई बात ना पूछता गुर सतगुर संग कीरे हम थापे। धन धन गुरु नानक जन केरा जित मिले चूके सब सोग संतापे। बाणी गुरु गुरु है बाणी विच बाणी अमृत सारे। गुर बाणी कहे सेवक जन मानै परतख गुरु निस्तारे। सतनाम श्री वाहिगुरु। परम सम्मानयोग नगर निवासी साध संगत जी, साहिब श्री गुरु नानक देव पातशाह जी दे वल्लों उचारण की हुई बाणी जप जी साहिब, जिसदा मूल नाम जप है ते जिहड़ा जी है ते साहिब है, वो असी सत्कार वजों नाल लगाउंदे हां। मूल बाणी का नाम जप है ते साहिब श्री गुरु ग्रंथ साहिब महाराज जी की जदों आरंभता होंदी है ते सब तो आरंभता की जिहड़ी बाणी है आदि श्री गुरु ग्रंथ साहिब महाराज जी की पहली बाणी का नाम जप जी साहिब है। ते जदों साडियां नितनेम दीयां बाणियां की आरंभता होंदी है, उन्हां बाणियां की आरंभता दे विच भी पहली बाणी जप जी साहिब है। ते जदों अमृत संचार हुंदा है उस वेले भी पंजां बाणियां दे जदों जप कीते जांदे हन, उन्हां पंजां बाणियां दे आरंभता दे विच सब तो पहला जप जी साहिब बाणी दे जाप कीते जांदे हन। भाव के जप जी साहिब जी की महत्ता इन्नी को है कि जिमें गुरु अर्जन देव पातशाह जी ने आदि श्री गुरु ग्रंथ साहिब महाराज जी की जदों संपादना की है ते कुछ गुरु दे प्यारे अनिन सिख गुरु अर्जन देव पातशाह जी के कोल आके उन्होंने सवाल करते हैं कि पातशाह जी, जिस बाणी की तुसीं संपादना की है, जिसनों तुसीं तरतीब दे के कलम बंद करके गुरु ग्रंथ साहिब जी का स्वरूप तैयार किया है, उस बाणी की जिहड़ी समझ है वो कई सिखां नूं कहंदे घट आउंदी है कि बाणी के अर्थ इन्ने क गूढ़े हैं, इन्ने क गुहज वाले हैं कि कई जिहड़े शब्द हैं उन्हां दे अर्थां दा जिहड़ा है जां कह लो भी समझ नहीं लगती जां अर्थां दा पता नहीं लगता। भी जे सौखे शब्दां दे विच श्री गुरु ग्रंथ साहिब महाराज जी की विचार नूं समझना होवे
ਤੇ ਕਿਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ। ਤੇ ਉਸ ਵੇਲੇ ਫਿਰ ਸਤਿਗੁਰਾਂ ਨੇ ਉਪਦੇਸ਼ ਦ੍ਰਿੜ ਕਰਵਾਇਆ ਸੀ ਕਿ ਜਿਸ ਨੇ ਜਪਜੀ ਸਾਹਿਬ ਜੀ ਦੀ ਵਿਚਾਰ ਨੂੰ ਸਮਝ ਲਿਆ, ਭਾਵ ਕਿ ਜਪਜੀ ਸਾਹਿਬ ਬਾਣੀ ਨੂੰ ਜਿਸ ਨੇ ਪੜ੍ਹ ਲਿਆ, ਚੰਗੀ ਤਰ੍ਹਾਂ ਉਹਦੇ ਅਰਥਾਂ ਨੂੰ ਵਿਚਾਰ ਲਿਆ, ਉਸ ਮਨੁੱਖ ਨੂੰ, ਉਸ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ। ਤੇ ਦੂਸਰੀ ਗੱਲ ਹੈ, ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਹੈ ਉਹਦੇ ਵਾਸਤੇ ਜਪਜੀ ਸਾਹਿਬ ਨੂੰ ਸਮਝਣਾ ਜ਼ਰੂਰੀ ਹੈ, ਤੇ ਜਿਹਨੇ ਜਪਜੀ ਸਾਹਿਬ ਨੂੰ ਸਮਝਣਾ ਹੈ ਉਹਦੇ ਵਾਸਤੇ ਮੂਲ ਮੰਤਰ ਨੂੰ ਸਮਝਣਾ ਜ਼ਰੂਰੀ ਹੈ। ਮੂਲ ਮੰਤਰ ਦਾ ਅਰਥ ਹੈ, ਮੂਲ ਦਾ ਅਰਥ ਹੈ ਮੁੱਢ, ਜਿਹੜੀ ਚੀਜ਼ ਸ਼ੁਰੂ ਹੈ, ਜਿਹੜੀ ਚੀਜ਼ ਆਰੰਭਤਾ ਹੋਈ ਹੈ, ਉਸ ਚੀਜ਼ ਦਾ ਮੁੱਢ ਹੈ ਜਿਹੜਾ, ਉਸ ਨੂੰ ਮੂਲ ਆਖਿਆ ਜਾਂਦਾ ਹੈ। ਤੇ ਜੇ ਜਪਜੀ ਸਾਹਿਬ ਦੀ ਵਿਚਾਰ ਨੂੰ ਸਮਝਣਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਪਦੇਸ਼ ਦ੍ਰਿੜ ਕਰਵਾਉਂਦੇ ਨੇ ਕਿ ਜਪਜੀ ਸਾਹਿਬ ਦੀ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਤੈਨੂੰ ਮੂਲ ਮੰਤਰ ਦੇ ਜਿਹੜੇ ਅਰਥ ਹਨ ਉਹ ਆਉਣੇ ਜ਼ਰੂਰੀ ਹਨ। ਜਾਂ ਇੰਝ ਕਹਿ ਲਈਏ ਵੀ ਜੇ ਕਿਸੇ ਨੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਉਹ ਜਿਹੜਾ ਰੱਬ ਹੈ ਉਹ ਸਾਡੇ ਦਿਸਦੇ ਦੇ ਓਲੇ ਹੈ। ਜੋ ਵੀ ਸਾਨੂੰ ਪਸਾਰਾ ਸਾਡੇ ਆਲੇ ਦੁਆਲੇ ਉਸ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦਾ ਸਾਨੂੰ ਸਪਸ਼ਟ ਨਜ਼ਰ ਆਉਂਦਾ ਹੈ, ਉਹ ਪਾਲਣਹਾਰ ਪਰਮਾਤਮਾ ਉਸ ਦਿਸਦੇ ਦੇ ਓਲੇ ਹੋ ਕੇ ਬੈਠਾ ਹੈ, ਭਾਵ ਕਿ ਸਾਰੇ ਜੀਵਾਂ ਦੇ ਵਿੱਚ ਉਹਦਾ ਵਾਸ ਹੈ। ਸਾਰੇ ਜੀਵਾਂ ਦੇ ਵਿੱਚ ਬੈਠ ਕੇ ਉਹ ਸਾਰੀ ਕਾਇਨਾਤ ਦਾ ਜਿਹੜਾ ਹੈ ਸੰਚਾਰ ਕਰ ਰਿਹਾ ਹੈ, ਸਾਰੀ ਕਾਇਨਾਤ ਨੂੰ ਉਹ ਪਾਲ ਰਿਹਾ ਹੈ। ਪਰ ਉਸ ਨੂੰ ਇਨ੍ਹਾਂ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਨਾਨਕ ਸੇ ਅਕੜੀਆਂ ਬਿਆਨ ਜਿਨੀ ਦਿਸੰਦੋ ਮਾਂ ਪੀਰੀ। ਜਾਂ ਇੰਝ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਤੱਤ ਹੈ ਉਹ ਜਪਜੀ ਸਾਹਿਬ ਜੀ ਦੀ ਬਾਣੀ ਹੈ। ਜਿਸ ਨੇ ਤੱਤ ਨੂੰ ਸਮਝਣਾ ਹੈ, ਭਾਵ ਕੇਂਦਰੀ ਭਾਵ ਨੂੰ ਸਮਝਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਕੇਂਦਰੀ ਭਾਵ ਹੈ ਉਸ ਨੂੰ ਸਮਝਣਾ ਹੈ, ਤੇ ਉਹਨੂੰ ਪਹਿਲਾਂ ਜਪਜੀ ਸਾਹਿਬ ਦੀ ਸਮਝ ਆਉਣੀ ਜ਼ਰੂਰੀ ਹੈ। ਜਪਜੀ ਸਾਹਿਬ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਨਿਚੋੜ ਹੈ, ਇੱਕ ਤੱਤ ਹੈ। ਜਿਵੇਂ ਕਹਿ ਲਈਏ ਵੀ ਜਿਹੜੀ ਕੁਦਰਤ ਹੈ, ਕੁਦਰਤ ਦੇ ਵਿੱਚ ਉਸ ਪਰਮਾਤਮਾ ਨੇ ਜਿਹੜਾ ਤੱਤ ਹੈ ਨਾ ਉਹ ਛੁਪਾ ਕੇ ਰੱਖਿਆ ਹੋਇਆ। ਅਸੀਂ ਮੱਖਣ ਪ੍ਰਾਪਤ ਕਰਨਾ ਹੁੰਦਾ ਹੈ ਨਾ, ਛੋਟੀ ਜਿਹੀ ਉਦਾਹਰਨ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਦੁੱਧ ਨੂੰ ਜਾਗ ਲਾਈ ਜਾਂਦੀ ਹੈ, ਫਿਰ ਉਹਦਾ ਦਹੀਂ ਜਮਾਇਆ ਜਾਂਦਾ ਹੈ, ਤੇ ਦਹੀਂ ਜਮਾਉਣ ਤੋਂ ਬਾਅਦ ਉਸ ਨੂੰ ਰਿੜਕਿਆ ਜਾਂਦਾ ਹੈ, ਤੇ ਫਿਰ ਕਿਤੇ ਜਾ ਕੇ ਜਿਹੜਾ ਤੱਤ ਹੈ, ਮੱਖਣ ਹੈ, ਉਹ ਪ੍ਰਾਪਤ ਹੁੰਦਾ ਹੈ। ਬਦਾਮ ਦੀ ਜਿਹੜੀ ਗਿਰੀ ਹੈ ਉਸ ਨੂੰ ਕੱਢਣ ਦੇ ਵਾਸਤੇ ਜਿਹੜਾ ਬਦਾਮ ਦਾ ਉੱਪਰਲਾ ਛਿੱਲੜ ਹੈ ਪਹਿਲਾਂ ਉਹਨੂੰ ਭੰਨਿਆ ਜਾਂਦਾ ਹੈ, ਫਿਰ ਉਹਦੇ ਵਿੱਚੋਂ ਗਿਰੀ ਬਾਹਰ ਕੱਢੀ ਜਾਂਦੀ ਹੈ, ਤੇ ਉਹਦੇ ਵਿੱਚੋਂ ਫਿਰ ਬਦਾਮ ਰੋਗਨ ਪ੍ਰਾਪਤ ਹੁੰਦਾ ਹੈ, ਤੱਤ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਕੁਦਰਤ ਦਾ ਜਿਹੜਾ ਪਸਾਰਾ ਹੈ, ਹਜ਼ੂਰ ਆਖਦੇ ਉਸ ਪਰਮਾਤਮਾ ਨੇ ਆਪਣਾ ਜਿਹੜਾ ਤੱਤ ਹੈ ਛੁਪਾ ਕੇ ਰੱਖਿਆ ਹੋਇਆ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਦੇ ਵਿੱਚ ਜਿਹੜਾ ਤੱਤ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਰੱਖਿਆ ਗਿਆ, ਛੁਪਾਇਆ ਨਹੀਂ ਗਿਆ, ਸਾਹਮਣੇ ਕੱਢ ਕੇ ਰੱਖਿਆ ਗਿਆ ਕਿ ਇਸ ਨੂੰ ਸਮਝ ਲਈਏ, ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦੇ ਵਿੱਚ ਸੌਖਾ ਹੋ ਜਾਵੇਗਾ। ਜਿਸ ਨੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਸਮਝ ਲਿਆ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਸੌਖਿਆਂ ਰੂਪ ਦੇ ਵਿੱਚ ਸਮਝ ਆਉਣੀ ਸ਼ੁਰੂ ਹੋ ਜਾਵੇਗੀ। ਨਹੀਂ ਤੇ ਅਸੀਂ ਪਾਠ ਕਰਦੇ ਆ ਰਹੇ ਹਾਂ, ਕਿੰਨੀ ਉਮਰ ਹੋ ਗਈ ਹੈ ਸਾਨੂੰ ਜਾਪ ਕਰਦਿਆਂ, ਬਾਣੀ ਪੜ੍ਹਦਿਆਂ, ਪਰ ਜੇ ਕਿਤੇ ਵਿਚਾਰਾਂ ਨੂੰ ਅਸੀਂ ਸਮਝੀਏ ਨਹੀਂ ਅਜੇ ਤੱਕ, ਗੁਰੂ ਦੇ ਸ਼ਬਦ ਨੂੰ ਅਜੇ ਅਸੀਂ ਉਹਦੇ ਅਰਥਾਂ ਨੂੰ ਅਸੀਂ ਆਪਣੇ ਮਨ ਦੇ ਵਿੱਚ ਨਹੀਂ ਵਸਾਇਆ,
फिर तो वो गल है पढ़ पढ़ गड्डी लदियाँ पढ़ पढ़ भरियाँ साथ पढ़ पढ़ बेड़ी पाइयाँ पढ़ पढ़ गड्डियाँ खात पढ़ियाँ जेती बरस बरस पढ़ियाँ जेती मास नानक लिखे एक गल होर होमे चखना चाह। कि बाकी तो सारा एक फिर झूठ का पसारा ही है। पढ़ पढ़ के सिर दे जड़ियाँ सिर दे उत्ते किताबां दा बोझ पाउण वाली गल है, गड्डे भरन वाली गल है भी पढ़ पढ़ गड्डी लदी है। इन्नियां किताबां पढ़ लियां, इन्ना ज्ञान मैं हासिल कर लिया, पर जिहड़ा तत्त सी उस नूं समझण दे विच असफल रहा। ते सतगुरां जी दी बाणी सानूं यह दृढ़ कराउंदी है कि जे किते गुरु ग्रंथ साहिब जी के दर्शन करने ने तो तेनों जपजी साहिब जी के अर्थ आना जरूरी है। तो जपजी साहिब नूं समझण दे वास्ते तेनों मूल मंत्र के अर्थ पता होना चाहिए। सतगुरु गुरु नानक देव पातशाह जी ने मेहरामत की है, साड़ी झोली दे विच ओ बहुमुल्ला खजाना जपजी साहिब जी के रूप दे विच साड़ी झोली दे विच पाया। सानू उस सच्चे अकाल पुरख के लड़ दे नाल जोड़े है, जिहदी बाणी सच्ची है, जिहदी कायनात सच्ची है, जिहदा पसारा सच्चा है, जिहदे दर ते जाके सच दे नबेड़े हुंदे हन। परमात्मा ने उस गुरु दे लड़ दे नाल जोड़े है। ते सतगुरां जी की बाणी नूं समझण दे वास्ते यतन करिए। कल भी बेनती की गई सी कि जपजी साहिब जी की विचार अज तो आरंभ हो रही है। नगर निवासी संगतां इसका लाहा लैण अपने कम्मां कारां नूं संकोचदिआं गुरु चरनां दे विच आके हाज़रियां भरन, क्योंकि जिन्ना चिर तक सानू बाणी की विचार के बारे पता नहीं लगेगा, उहदे अर्थां के बारे पता नहीं लगेगा, साडा पढ़िया ना पढ़िया एक बराबर है। क्योंकि पावन बाणी का उपदेश है, पढ़िया नाही भेद बुझिया पाइए। कि कल्ले पढ़न दे नाल उस परमात्मा का जिहड़ा भेद है वो प्राप्त नहीं होना, उन्होंने समझण दे वास्ते यतन करना पैना है। जदों तक उस परमात्मा नूं समझण दा यतन नहीं करांगे, जीवन दे विच सानू सूझी नहीं प्राप्त होवेगी। ते जे सूझी प्राप्त नहीं हुई तो उही गल आ जाती है, पढ़ पढ़ गड्डी लदियाँ पढ़ पढ़ भरियाँ साथ। सतगुरु जी गुरु नानक देव पातशाह जी ने इस पावन बाणी की रचना करतारपुर की धरती के उत्ते कीती है। ते अमृत वेले तो गुरु नानक देव पातशाह जी के समय तो 10 गुरु साहिबाना ने इस बाणी का जिहड़ा जप है वो अमृत वेले तो कीता है। 10 पातशाहियां ने इस बाणी नूं पढ़िया है, इस बाणी के तत्त नूं अपने जीवन दे विच हंडाया है। इहदा हवाला भाई गुरदास जी की रचना के विचों मिलदा है। जिन्हां ने इस गल के उत्ते मोहर ला दी कि कोई सवाल करे आखे भी नहीं ये बाणी उस समय नहीं पढ़ी जाती सी, तो उन्होंने आख्या है जिन्हां ने 6 पातशाहियां के दर्शन किए हैं, सोदर आरती गावी है अमृत वेले जाप उचारा। भी शाम नूं सोदर बाणी के जाप हुंदे सन, उस तो उपरंत आरती हुंदी सी, आरती का जिहड़ा शब्द है वो पढ़िया जाता सी। अमृत वेले जाप उचारा, जाप बाणी का नाम है, जप बाणी का नाम है। तो जी असी सत्कार वजों लाउंदे हाँ, पहला आप जी के चरनां च बेनती की गई है। जप बाणी का नाम है, जी ते साहिब असी सत्कार वजों लाउंदे हां। अमृत वेले जाप उचारा, अमृत वेले जिहड़ी बाणी है वो जपजी साहिब है, उसका उचारण किया जाता है, उस बाणी नूं पढ़िया जाता है। तो गुरु नानक देव पातशाह जी जदों सुल्तानपुर लोधी की धरती पर आए हैं, तो अमृत वेले भाई मरदाने के नाल बीन नदी ते जदों इशनान करन गए हैं, इतिहास दसदा है कि 3 दिन अलोप रहे हैं। तो परिवार के विच पिंड दे विच यह हाहाकार मच गई कि गुरु नानक है जिहड़ा, क्योंकि उस वेले ते नानक ही शब्द जिहड़ा प्रचलित सी, क्योंकि गुरु तो उस तो बाद बने ने कि जिहड़ा नानक है
वो पानी दे विच रुड़ गया, वो अलोप हो गया, उसका पता नहीं लगता पिया, पता नहीं वो किधर नूं चला गया। सारे पासे भाल हुई पर किते भी गुरु नानक देव पातशाह जी का पता नहीं चलिया। 3 दिन बाद जदों गुरु नानक देव पातशाह जी वापस परते हैं, कहते मुख दे उत्ते जलाली नूर है, अखां दे विच वखरी चमक है, ते वेखण वाले ये अंदाज़ादार ने कि नानक नहीं है, ये तो कोई होर रूप धारण करके आ गया जिहड़ा अपने आप नूं नानक दसदा। इहदी ते मुखड़े दे उत्ते लाली बड़ी आई है, इहदियां ते अखां दे विच बड़ी चमक है, भी ये नानक किवें हो सकदे। हुण ते असीं चंगी तरह जाणदे हां, ते इत्थे ही साडे नाल रहिंदा सी, इत्थे दी सानूं आउंदियां जांदियां मिलदा हुंदा सी, भी असीं उस नूं तां दूरों पछाण लवांगे, ये नानक नहीं हो सकदा। पर हुण जिहड़े गुरु नानक देव पातशाह जी 3 दिन अलोप होण तो बाद वापस आए ने, उस वेले उस रब्बी दरगाह दे विचों सच दा उपदेश लैके आए। आके धरती दे उत्ते उन्होंने सुल्तानपुर की धरती दे उत्ते भाग लाए ने, ते संतां नूं ये उपदेश दृढ़ कराया है, एक ओंकार सतनाम करता पुरख निरभव निर्वैर अकाल मूरत आजूनी सैभं गुर प्रसाद, कि वो परमात्मा है जिहड़ा एक ओंकार, वो परमात्मा एक है। तो ये जिहड़ा गुरप्रसाद तक मूल मंत्र है, ये पावन बाणी के अंदर 33 वारी पूर्ण रूप दे विच गुरप्रसाद तक गुरु ग्रंथ साहिब जी दे विच आया। 525 वारी एक ओंकार सतगुर प्रसाद के रूप दे विच गुरु ग्रंथ साहिब जी दे विच आया, ते 8 वारी एक ओंकार सतनाम करता पुरख गुर प्रसाद, इतों तक 8 वारी गुरु ग्रंथ साहिब जी दे विच आया। ये पावन स्वरूप हैं जिहड़े गुरु ग्रंथ साहिब जी दे विच मूल मंत्र के छोटे आकार दे विच ते वड्डे आकार दे विच आए हैं। सतगुरां ने उपदेश दृढ़ करवाया, एक ओंकार। किसी ने आखिया इस शब्द का ओम का जिहड़ा अर्थ है, ये हिंदू जिहड़ा मत है उहदे विच भी कीता जांदा है, उहदे विच ओम कीता जांदा है, ओम अर्थ इहदे भी सेम हैं। किसी ने अपने ख्याल दे नाल उस परमात्मा की जिहड़ी वडियाई है वो कीती है, किसी ने अपने शब्दों के विच उस परमात्मा को बयान करने का जिक्र किया है। एक दी गल ते मुसलमान मत दे विच भी हुई है, वो एक नूं मनदे ने, एक दे उत्ते निश्चा रखते हैं, पर वो मनते हैं कि परमात्मा सिर्फ एक है, जो सिर्फ पच्छम दे विच वो परमात्मा नूं सिजदा करते हैं, अपने अल्लाह नूं सिजदा करते हैं। पर जिहड़ी एक दी गल गुरु नानक देव पातशाह जी ने की है, वो एक वो है, एक ओंकार जिहड़ा एक है, जिहदा विकास है, जिहदा जन्म है अपने आप तो होया है, ते जिहड़ा सारियां दे विच सर्वव्यापी रूप दे विच वरत रिहा है। एक ओंकार, वो परमात्मा एक है, वो अपने आप तो पैदा होया है, ते सारी कायनात दे विच सारे शरीरां दे विच ओहदा जिहड़ा वरतारा है वरत रिहा, सारे शरीरां दे विच ओहदी जोत है जिहड़ी वो जग रही। ते दूसरे पासे जिहड़े मुसलमान वीर हैं, जिहड़े हिंदू मत वाले हैं, हिंदू मत वाले ते 33 करोड़ देवतियां की पूजा करते हैं, इन्ने ते नाम ही नहीं चेते होने, एक दी गल ते उन्होंने कित्थों करनी। ते मुसलमान मत वाले एक नूं मनदे ने, ते वो मनदे ने कि सिर्फ पच्छम दे विच अल्लाह वसदा है। बाकी जिहड़े हैं हिंदू मत वाले हैं जां होर मतां वाले हैं, जिहड़े अल्लाह नूं नहीं मनदे उन्हां नूं काफिर समझदे ने। सर्वव्यापी वाली जिहड़ी गल है वो नहीं है, सिर्फ उन्होंने एक फिरके दे तक अपने अल्लाह नूं सीमित करके रख लिया कि अल्लाह सिर्फ साडा है, गॉड सिर्फ साडा है, तो फलानी जगह के उत्ते वसदा है। पर पावन बाणी के अंदर जदों असीं विचार करते हैं, चक्कर चिन्ह अर वर्ण जात अर पात नहन जी, भी उस परमात्मा की ना तो कोई निशान है चक्कर चिन्ह, वह कोई चिन्ह नहीं,
ਉਹਦੀ ਕੋਈ ਨਿਸ਼ਾਨੀ ਨਹੀਂ, ਕੋਈ ਉਹਦਾ ਚੱਕਰ ਨਹੀਂ। ਚੱਕਰ ਚਿਹਨਿਆਰ ਵਰਨ, ਵਰਨ ਦਾ ਅਰਥ ਹੈ ਜਿਹੜੇ 4 ਵਰਨ ਮੰਨੇ ਜਾਂਦੇ ਨੇ, ਜਿਹੜੀਆਂ ਜਾਤਾਂ ਦੀ ਵੰਡ ਕੀਤੀ ਗਈ ਹੈ, ਵੀ ਉਹ ਪਰਮਾਤਮਾ ਤੇ ਜਾਤਾਂ ਦੇ ਵਿੱਚ ਆਉਂਦਾ ਹੀ ਨਹੀਂ। ਜਿੱਦਣ ਜਾਤਾਂ ਦੇ ਵਿੱਚ ਆ ਗਿਆ ਉਹਦਾ ਜਨਮ ਹੋ ਜਾਣਾ, ਤੇ ਜੇ ਜਨਮ ਹੋ ਗਿਆ ਤੇ ਉਹਨੇ ਇੱਕ ਦਿਨ ਖਤਮ ਵੀ ਹੋਣਾ, ਉਹਨੇ ਮਰ ਵੀ ਜਾਣਾ। ਤੇ ਜੇ ਪਰਮਾਤਮਾ ਤੇ ਉਸਤਤੀ ਉਹਦੀ ਪਰਮਾਤਮਾ ਦੀ ਕਰਨੀ, ਵੀ ਜਿਹੜਾ ਨਾ ਤੇ ਆਉਂਦਾ ਨਾ ਉਹ ਜਾਂਦਾ, ਉਹ ਤੇ ਸਰਬ ਵਿਆਪੀ ਹੈ, ਵੀ ਨਾ ਤੇ ਉਹ ਜੰਮਦਾ ਨਾ ਉਹ ਮਰਦਾ, ਨਾ ਉਹਨੇ ਕਦੇ ਜਨਮ ਲੈਣਾ ਨਾ ਉਹਨੇ ਮਰਨਾ, ਕਿਉਂਕਿ ਉਹ ਤੇ ਆਦਿ ਰੂਪ ਤੋਂ ਹੀ ਸੰਸਾਰ ਦੀ ਉਤਪਤੀ ਕਰਦਾ ਆਇਆ, ਸਾਰੇ ਸੰਸਾਰ ਦੀ ਜਿਹੜੀ ਪਾਲਣ ਪੋਸ਼ਣ ਕਰਦਾ ਆਇਆ। ਤੇ ਅਗਲੀ ਰਹਿੰਦੀ ਦੁਨੀਆ ਤੱਕ ਆਦਿ ਸੱਚ ਜੁਗਾਦ ਸੱਚ ਨਾਨਕ ਹੋਸੀ ਵੀ ਸੱਚ। ਅੱਜ ਵੀ ਪਿੱਛੇ ਵੀ ਸੱਚ ਸੀ ਜਿਹੜਾ ਕੱਲ ਬੀਤ ਗਿਆ, ਅੱਜ ਵੀ ਉਹ ਪਰਮਾਤਮਾ ਹੈ, ਤੇ ਆਉਣ ਵਾਲਾ ਜਿਹੜਾ ਕੱਲ ਹੈ ਉਹਦੇ ਵਿੱਚ ਵੀ ਉਹਦਾ ਪਸਾਰਾ ਇਸੇ ਤਰ੍ਹਾਂ ਚੱਲਦਾ ਰਹਿਣਾ, ਵੀ ਉਹ ਨਾ ਤੇ ਆਉਂਦਾ ਤੇ ਨਾ ਜਾਂਦਾ, ਨਾ ਜੰਮਦਾ ਨਾ ਮਰਦਾ। ਇਸ ਕਰਕੇ ਪਰਮਾਤਮਾ ਦੀ ਉਸਤਤੀ, ਉਸ ਅਕਾਲ ਪੁਰਖ ਦੀ ਉਸਤਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ ਵੀ ਵੱਖ-ਵੱਖ ਤਰੀਕਿਆਂ ਦੇ ਨਾਲ, ਜਿਸ ਤਰੀਕੇ ਦੇ ਨਾਲ ਜਿਵੇਂ ਦਾ ਕਿਸੇ ਨੂੰ ਉਸ ਪਰਮਾਤਮਾ ਦਾ ਸਰੂਪ ਨਜ਼ਰ ਆਇਆ, ਉਸ ਤਰੀਕੇ ਦੇ ਨਾਲ ਉਹਦੀ ਜਿਹੜੀ ਵਿਚਾਰ ਹੈ ਉਹ ਬਦਲ ਗਈ। ਉਹਨੇ ਉਸ ਤਰੀਕੇ ਦੇ ਨਾਲ ਉਸ ਪਰਮਾਤਮਾ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜੇ ਕਿਸੇ ਨੂੰ ਉਹ ਧਰਤੀ ਦਾ ਆਸਰਾ ਲੱਗਿਆ ਵੀ ਉਹ ਤੇ ਧਰਤੀ ਦਾ ਪਾਲਣਹਾਰ ਹੈ, ਧਰਤੀ ਦਾ ਆਸਰਾ ਹੈ, ਉਹਨੇ ਉਹਦਾ ਨਾਮ ਰੱਖ ਦਿੱਤਾ ਗੋਬਿੰਦ, ਧਰਤੀ ਨੂੰ ਆਸਰਾ ਦੇਣ ਵਾਲਾ। ਜੇ ਉਹ ਧਰਤੀ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ, ਜੀਵਾਂ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ, ਜੀਵਾਂ ਦੇ ਉੱਤੇ ਮਿਹਰ ਕਰਨ ਵਾਲਾ ਹੈ, ਤੇ ਉਹਨਾਂ ਦਾ ਨਾਮ ਰੱਖ ਦਿੱਤਾ ਧਰਤੀ ਨੂੰ ਪਾਲਣਹਾਰ ਗੋਪਾਲ। ਧਰਤੀ ਦਾ ਗੋ ਦਾ ਅਰਥ ਹੁੰਦਾ ਧਰਤੀ, ਤੇ ਪਾਲ ਦਾ ਅਰਥ ਹੈ ਪਾਲਣਹਾਰ। ਗੋਪਾਲ ਜਿਹੜਾ ਧਰਤੀ ਨੂੰ ਪਾਲਣ ਵਾਲਾ। ਜੇ ਕਿਸੇ ਨੇ ਵੇਖਿਆ ਵੀ ਉਹ ਤੇ ਪਿਆਰ ਦੀ ਮੂਰਤ ਦਾ ਨਾਮ ਰੱਖ ਦਿੱਤਾ ਕ੍ਰਿਸ਼ਨ, ਵੀ ਉਹ ਤੇ ਪਿਆਰ ਕਰਨ ਵਾਲਾ, ਜਿਹੜਾ ਉਹਦੇ ਵੱਲ ਖਿੱਚ ਲੈ ਕੇ ਜਾਂਦਾ ਉਸ ਨੂੰ ਪਿਆਰ ਦੇ ਨਾਲ ਆਪਣੇ ਵਸ ਦੇ ਵਿੱਚ ਕਰ ਲੈਂਦੇ। ਕਿਸੇ ਨੇ ਨਾਮ ਰੱਖ ਦਿੱਤਾ ਗੋਡ, ਕਿਸੇ ਨੇ ਅੱਲਾ, ਕਿਸੇ ਨੇ ਸਤਨਾਮ ਵਾਹਿਗੁਰੂ। ਪਰ ਉਸ ਪਰਮਾਤਮਾ ਨੂੰ ਸਿਰਫ ਤੇ ਸਿਰਫ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ ਕਿ ਉਹ ਇੱਕ ਹੈ। ਹੁਣ ਓਮ ਦੇ ਅਰਥ ਸਮਝਣ ਦੇ ਵਿੱਚ ਯਤਨ ਕਰੀਏ। ਓ ਦਾ ਅਰਥ ਹੈ ਉਤਪਤੀ ਕਰਨ ਵਾਲਾ, ਆ ਦਾ ਅਰਥ ਹੈ ਆਹਾਰ ਦੇਣ ਵਾਲਾ, ਤੇ ਮਾਂ ਦਾ ਅਰਥ ਹੈ ਮਾਰਨ ਵਾਲਾ। ਵੀ ਇਸੇ ਤਰ੍ਹਾਂ ਜਿਹੜਾ ਈਸਾਈ ਮਤ ਹੈ ਉਹ ਗੋਡ ਆਖਦਾ ਕਿ ਪਰਮਾਤਮਾ ਜਿਹੜਾ ਸਾਡਾ ਗੋਡ ਹੈ, ਤੇ ਗੋਡ ਦਾ ਅਰਥ ਹੈ ਜਨਰੇਟਰ, ਜਿਹੜਾ ਪੈਦਾ ਕਰਨ ਵਾਲਾ ਹੈ। ਓ ਦਾ ਅਰਥ ਹੈ ਆਪਰੇਟਰ, ਜਿਹੜਾ ਆਪਰੇਟ ਕਰ ਰਿਹਾ ਸਾਰੀ ਦੁਨੀਆ ਨੂੰ, ਜਿਹੜਾ ਚਲਾ ਰਿਹਾ। ਤੇ ਡੀ ਦਾ ਅਰਥ ਹੈ ਡੈਥ, ਜਿਹੜਾ ਸਾਰਿਆਂ ਨੂੰ ਮਾਰਨ ਵਾਲਾ ਹੈ। ਅਰਥ ਸੇਮ ਹਨ ਦੋਨਾਂ ਪਾਸਿਆਂ ਤੋਂ। ਦੋਨਾਂ ਪਾਸਿਆਂ ਤੋਂ ਉਸ ਪਰਮਾਤਮਾ ਦੀ ਜੇ ਅਸੀਂ ਵਿਚਾਰ ਕਰੀਏ, ਓਮ ਦੇ ਅਰਥ ਵੀ ਸੇਮ ਹਨ ਤੇ ਗੋਡ ਦੇ ਅਰਥ ਵੀ ਸੇਮ ਹਨ। ਓਮ ਦੇ ਅਰਥ ਵੀ ਇਹੀ ਨਿਕਲਦੇ ਨੇ ਉਸ ਪਰਮਾਤਮਾ ਦੀ ਉਸਤਤੀ ਦੇ ਵਿੱਚ। ਸੋ ਸਤਿਗੁਰੂ ਜੀ ਕਿਰਪਾ ਕਰਨ ਕਿ ਉਸ ਪਰਮਾਤਮਾ ਦੀ ਵਿਚਾਰ ਨੂੰ ਸਾਡੇ ਹਿਰਦਿਆਂ ਦੇ ਉੱਪਰ ਵਸਾਉਣ ਦਾ ਯਤਨ ਕਰਨ। ਅਸੀਂ ਗੁਰੂ ਚਰਨਾਂ ਦੇ ਵਿੱਚ ਆਈਏ। ਅੱਜ ਪਹਿਲਾ ਦਿਨ ਹੈ ਵਿਆਖਿਆ ਦਾ। ਸੋ ਸੰਗਤ ਨੇ ਫਿਰ ਵੀ ਸਹਿਯੋਗ ਦਿੱਤਾ ਹੈ। ਕੁਝ ਸੰਗਤ ਅਜੇ ਵੀ ਜਿਹੜੀ ਘਰਾਂ ਦੇ ਵਿੱਚ ਹੈ, ਉਸ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਆਪਣੇ ਸਮੇਂ ਦੇ ਅਨੁਸਾਰ 6 ਵਜੇ ਜਿਹੜੀ ਕਥਾ ਵਿਚਾਰ ਹੈ ਉਸ ਦੀ ਆਰੰਭਤਾ ਹੋਣੀ ਹੈ, ਤੇ ਕੱਲ੍ਹ ਨੂੰ ਮੂਲ ਮੰਤਰ ਦੇ ਜਿਹੜੇ
ਸਾਹਿਬ ਜੀ।